ਸਤਿਕਾਰਯੋਗ ਖੋਜਕਰਤਾ ਅਤੇ ਪੰਜਾਬੀ ਭਾਸ਼ਾ ਦੇ ਪ੍ਰਤੀ ਸੰਵੇਦਨਸ਼ੀਲਤਾ, ਸ਼ਰਧਾ, ਪਿਆਰ, ਵਿਸ਼ਵਾਸ ਅਤੇ ਸਿਰ ਤੋੜ ਯਤਨ ਕਰਨ ਵਾਲਿਆਂ ਪ੍ਰਤੀ ਮੈਂ ਸੁਖਦਰਸ਼ਨ ਕੌਰ ਇਸ ਗੱਲ ਲਈ ਅਕਾਲ ਪੁਰਖ ਦੀ ਸ਼ੁਕਰਗੁਜ਼ਾਰ ਹਾਂ ਅਤੇ ਸਵੈਮਾਨ ਮਹਿਸੂਸ ਕਰਦੀ ਹਾਂ ਕਿ ਮੈਂ ਡੇਰਾ ਬਾਬਾ ਮੋਹਰ ਸਿੰਘ ਧਰਮਕੋਟ ਨਿਰਮਲ ਸੰਪਰਦਾਇ ਦਾ ਅੰਸ਼ ਹਾਂ। ਇਹ ਉਹ ਮਹਾਨ ਸੰਪਰਦਾਇ ਹੈ ਜਿਸਦਾ ਮੁੱਢ ਮੋਹਰ ਸਿੰਘ ਅਤੇ ਬਾਬਾ ਦੇਸਾ ਸਿੰਘ ਮਹਾਂਪੁਰਸ਼ਾਂ ਨੇ ਬੰਨ੍ਹਿਆ ਅਤੇ ਉਸ ਉਪਰੰਤ ਸੰਤ ਚਰਨ ਸਿੰਘ, ਸੰਤ ਮਸਤਾਨ ਸਿੰਘ, ਇਹਨਾਂ ਮਹਾਂਪੁਰਸ਼ਾਂ ਨੇ ਅੰਥਕ ਯਤਨਾਂ ਦੇ ਨਾਲ ਪੁਰਾਣਾ ਵਿਰਸਾ ਸੰਭਾਲ ਕੇ ਰੱਖਿਆ ਅਤੇ ਗੁਰਮਤਿ ਨੂੰ ਸਮੂਹ ਸੰਗਤ ਤੱਕ ਪਹੁੰਚਾਉਣ ਲਈ ਯਤਨ ਕੀਤੇ। ਉਪਰੰਤ ਮਹੰਤ ਸ਼ਿਵਰਾਜ ਸਿੰਘ ਅਤੇ ਮਹੰਤ ਰਿਪੁਦਮਨ ਸਿੰਘ ਵੀ ਇਸੇ ਸੇਵਾ ਵਿੱਚ ਕਾਰਜਸ਼ੀਲ ਹਨ ਅਤੇ ਇਸ ਸੰਸਥਾ ਨੂੰ ਹੋਰ ਵਧੀਆ ਬਣਾਉਣ ਲਈ ਆਪਣੇ ਯਤਨ ਕਰ ਰਹੇ ਹਨ। ਵੀਡੀਓ ਦੇ ਰਾਹੀਂ ਮੈਂ ਇਸ ਸੰਸਥਾ ਨਾਲ ਸੰਬੰਧਿਤ ਮਹਾਂਪੁਰਸ਼ਾਂ ਬਾਰੇ ਛਪੀਆਂ ਕੁਝ ਕਿਤਾਬਾਂ ਦਾ ਜ਼ਿਕਰ ਕਰਾਂਗੀ। ਮੈਂ ਇੱਕ ਸੇਵਾ ਕੋਸ਼ਿਸ਼ ਕਰ ਰਹੀ ਹਾਂ ਤਾਂ ਜੋ ਇਹਨਾਂ ਵਡਮੁੱਲੇ ਵਿਚਾਰਾਂ ਨੂੰ ਪੰਜਾਬੀ ਸਮੂਹ ਤੱਕ ਪਹੁੰਚਾਇਆ ਜਾ ਸਕੇ। ਧਰਮ ਗ੍ਰੰਥ ਭਰਮ ਤੋੜ, ਇਸ ਦੇ ਵਿੱਚ ਰਚਨਾਵਾਂ ਸੰਤ ਮੋਹਰ ਸਿੰਘ ਨਿਰਮਲ ਦੀਆਂ ਹਨ ਅਤੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੋਂ ਹੋਈ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਸੰਸਥਾ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਓਟ ਆਸਰਾ ਲੈ ਕੇ ਹੀ ਚੱਲਦੀ ਹੈ। ਇਹ ਦਾ ਪ੍ਰਕਾਸ਼ਨ ਨਿਰਮਲ ਆਸ਼ਰਮ ਰਿਸ਼ੀਕੇਸ਼ ਵੱਲੋਂ ਕੀਤਾ ਗਿਆ ਹੈ ਅਤੇ ਇਸ ਦੇ ਸੰਪਾਦਕ ਮਨਜੀਤ ਕੌਰ ਜੀ ਹਨ। ਗ੍ਰੰਥ ਦਾ ਨਾਮ ਹੈ ਭਰਮ ਤੋੜ ਅਤੇ ਹੋਰ ਰਚਨਾਕ੍ਰਿਤ ਸੰਤ ਮੋਹਰ ਸਿੰਘ ਨਿਰਮਲੇ। ਬਾਬਾ ਮੋਹਰ ਸਿੰਘ ਜੋ ਕਿ ਡੇਰਾ ਬਾਬਾ ਧਰਮਕੋਟ ਦੇ ਮਹਾਂਪੁਰਸ਼ ਸਨ, ਉਹਨਾਂ ਦੀਆਂ ਰਚਨਾਵਾਂ ਇਸ ਕਿਤਾਬ ਦੇ ਸਮਰਪਣ ਦੇ ਵਿੱਚ ਨਿਰਮਲ ਸੰਪਰਦਾਇ ਦੇ ਸੰਤਾਂ ਨੂੰ ਅਨੇਕਾਂ ਬਖਸ਼ਿਆਂ ਨਾਲ ਨਿਵਾਜਣ ਵਾਲੇ ਗਿਆਨ ਦੇ ਦਾਤੇ ਅਤੇ ਵਿਦਵਾਨਾਂ ਦੇ ਆਸ਼ਰਿਆ ਦਾਤਾ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨ ਕਮਲਾਂ ਨੂੰ ਸਮਰਪਿਤ ਕੀਤਾ ਹੈ। ਅਤੇ ਇਸ ਕਿਤਾਬ ਦੀ ਵਿਸ਼ੇ ਸੂਚੀ ਵਿੱਚ 2 ਸ਼ਬਦ ਸੰਤ ਜੋਤ ਸਿੰਘ ਤੋਂ ਹਨ। ਮਹਾਂਪੁਰਸ਼ ਹਨ ਜੋ ਕਿ ਜਿਨ੍ਹਾਂ ਨੇ ਇਸ ਕਿਤਾਬ ਦੇ ਲਈ ਉਪਰਾਲਾ ਕੀਤਾ ਹੈ। ਪ੍ਰਸਤਾਵਨਾ ਮਨਜੀਤ ਕੌਰ ਤੋਂ ਅਤੇ ਗੁਰਮਤਿ ਅਦਵੈਤ ਡਾਕਟਰ ਹਰਭਜਨ ਸਿੰਘ ਅਤੇ ਮੂਲ ਗ੍ਰੰਥ ਸੰਤ ਮੋਹਰ ਸਿੰਘ ਨਿਰਮਲੇ ਦੀ ਰਚਨਾ ਹੈ। ਇਸ ਦੇ ਵਿੱਚ ਉਹਨਾਂ ਨੇ ਆਤਮ ਕਥਾ ਲਿਖੀ ਹੈ ਆਪਣੀ। ਗ੍ਰੰਥ ਭਰਮ ਤੋੜ ਹੈ। ਬੈਂਤਾਂ ਭਾਗ ਪਹਿਲਾ, ਬੈਂਤਾਂ ਭਾਗ ਦੂਜਾ, ਬੈਂਤਾਂ ਭਾਗ ਤੀਜਾ, ਸੀ ਹਰਫੀ ਅਰਬੀ ਭਾਸ਼ਾ ਦੀ 30 ਅੱਖਰਾਂ ਦੀ ਵਰਣਮਾਲਾ ਹੈ ਜੋ ਕਿ ਇਹ ਗਿਆਨ ਨਾਲ ਭਰਪੂਰ ਹੈ। ਸਾਰੀ ਰਚਨਾ ਕੋਰੜੇ, ਵਿਵੇਕ, ਫੱਕਰਨਾਮਾ, ਮੰਤਰ ਅਤੇ ਗੁਰਪ੍ਰਣਾਲੀ ਹੈ। ਉਸ ਤੋਂ ਉਪਰੰਤ 12ਵਾਂ ਮਹੰਤ ਹਮੀਰ ਸਿੰਘ ਕ੍ਰਿਤ ਹੈ। ਗੁਰ ਅਸਤਤ ਅਤੇ ਸ਼ਜਰਾ ਕਰਤਾ ਨਾਮਲੂਮ ਪਿਆਲਾ ਵੱਲੋਂ ਲਿਖੀ ਗਈ ਪ੍ਰਸਤਾਵਨਾ ਦੇ ਕੁਛ ਅੰਸ਼। ਧਰਮਕੋਟ ਨਿਰਮਲ ਸੰਪਰਦਾਇ ਦੀ ਅਜਿਹੀ ਪੁਰਾਣੀ ਵਿਰਾਸਤ ਹੈ ਜਿਸ ਦੀ ਸਥਾਪਨਾ ਬਾਬਾ ਦੀਪ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸਜੇ ਸੰਤ ਦੇਸਾ ਸਿੰਘ ਕਸ਼ਮੀਰੀ ਨੇ 1768 ਈਸਵੀ ਦੇ ਆਸ-ਪਾਸ ਕੀਤੀ ਸੀ। ਤਾਂ ਇਸ ਤੋਂ ਪਤਾ ਚੱਲਦਾ ਹੈ ਕਿ ਇਹ ਸੰਸਥਾ ਬਹੁਤ ਹੀ ਪੁਰਾਤਨ ਹੈ। ਸੰਤ ਦੇਸਾ ਸਿੰਘ ਤੋਂ ਅਗਲੇ ਨਿਰਮਲ ਭੇਖ ਦੇ ਵਿਦਵਾਨ ਗੱਦੀਦਾਰ ਨੂੰ ਸਾਹਿਤਕਾਰਾਂ ਅਤੇ ਸਧਾਰਨ ਸ਼ਰਧਾਲੂਆਂ ਵਿੱਚ ਸੰਤ ਮੋਹਰ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਪਰ ਅਸੀਂ ਇਸ ਪੁਸਤਕ ਵਿੱਚ ਉਹਨਾਂ ਨੂੰ ਸੰਤ ਮੋਹਰ ਸਿੰਘ ਹੀ ਲਿਖ ਕੇ ਯਾਦ ਕਰਾਂਗੇ ਕਿਉਂ ਜੋ ਉਹਨਾਂ ਦੀਆਂ ਆਪਣੀਆਂ ਅਧਿਆਤਮਿਕ ਧਰਮ ਸਮਝ ਲਿਆ। ਯੁੱਧ ਵਿੱਚ ਸਿੱਖ ਫੌਜਾਂ ਨੂੰ ਕਾਮਯਾਬੀ ਮਿਲੀ ਅਤੇ ਪਠਾਨਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ। ਉਹਨਾਂ ਨੇ ਕਾਬਲ, ਕੰਧਾਰ ਤੇ ਸਿੱਖ ਸੰਗਤਾਂ ਵਿੱਚ ਧਰਮ ਦਾ ਉਪਦੇਸ਼ ਕੀਤਾ। ਦਰਸਾਇਆ ਕਿ 1882 ਸੰਮਤ ਵਿੱਚ ਸੰਧਾਵਾਲੀਆ ਦੀ ਅਗਵਾਈ ਵਿੱਚ ਅਫਗਾਨਾਂ ਨੂੰ ਚੁਣ ਕੇ ਧਾਰਮਿਕ ਜੋਸ਼ ਨਾਲ ਮਾਰਨ ਤੋਂ ਬਾਅਦ ਹੀ ਉਹਨਾਂ ਦਾ ਕਿਸੇ ਅਜਿਹੇ ਵਿਅਕਤੀ ਨਾਲ ਮੇਲ ਹੋਇਆ ਜਿਸ ਨੇ ਉਹਨਾਂ ਨੂੰ ਵਿਰਾਗ ਅਤੇ ਵਿਰਕਤਾ ਦਾ ਰਸਤਾ ਦੱਸਿਆ। ਇਸ ਤੋਂ ਮਗਰੋਂ ਸੰਤ ਮੰਗਲ ਸਿੰਘ ਦਾ ਮੇਲ ਹੋਇਆ, ਪਰ ਇਸ ਗੁਰ ਪ੍ਰਣਾਲੀ ਵਿੱਚ ਉਹ ਦੱਸਦੇ ਹਨ ਕਿ ਸੰਮਤ 1882 ਵਿੱਚ ਜਦੋਂ ਅੰਮ੍ਰਿਤਸਰ ਆਏ ਸਨ ਉਸ ਤੋਂ ਪਹਿਲਾਂ ਸੰਤ ਮੰਗਲ ਸਿੰਘ ਦੀ ਤਨ ਮਨ ਨਾਲ ਸੇਵਾ ਵਿੱਚ ਸੰਤ ਮੋਹਰ ਸਿੰਘ ਸੰਮਤ 1833 ਈਸਵੀ ਵਿੱਚ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਪਹੁੰਚੇ। ਸੰਤ ਹਮੀਰ ਸਿੰਘ ਨੇ ਨਾਮ ਅੰਮ੍ਰਿਤ ਲਈ ਬੇਨਤੀ ਕੀਤੀ। ਸੰਤ ਮੋਹਰ ਸਿੰਘ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਾਰੇ ਸੰਤਾਂ ਅਤੇ ਧਾਰਮਿਕ ਆਗੂ ਨੂੰ ਵਿਸ਼ੇਸ਼ ਤੌਰ 'ਤੇ ਆਮੰਤਰਨ ਕੀਤਾ ਅਤੇ ਗੱਦੀ ਦੀ ਜ਼ਿੰਮੇਵਾਰੀ ਸੰਤ ਹਮੀਰ ਸਿੰਘ ਜੀ ਨੂੰ ਸੌਂਪ ਦਿੱਤੀ। 12ਵਾਂ ਭਰਮ ਤੋੜ ਗ੍ਰੰਥ ਵਿੱਚ ਸੰਪਾਦਿਤ ਰਚਨਾ ਸੰਤ ਹਮੀਰ ਸਿੰਘ ਦੀ ਹੈ ਅਤੇ ਇਸ ਦੀ ਸੂਚਨਾ ਰਚਨਾ ਦੇ ਆਰੰਭ ਵਿੱਚ ਹੀ ਅੰਕਿਤ ਕਰ ਦਿੱਤੀ ਗਈ ਹੈ। ਇਸ ਵਿੱਚ 12 ਮਹੀਨਿਆਂ ਰਾਹੀਂ ਅਦਵੈਤ ਦਾ ਉਪਦੇਸ਼ ਦਿੱਤਾ ਗਿਆ ਹੈ। ਇੰਝ ਸਪਸ਼ਟ ਹੈ ਕਿ ਸੰਤ ਮੋਹਰ ਸਿੰਘ ਦੀਆਂ ਰਚਨਾਵਾਂ ਦਾ ਸਿਧਾਂਤਿਕ ਆਧਾਰ ਗੁਰਬਾਣੀ ਅਤੇ ਗੁਰਮਤਿ ਹੀ ਹੈ। ਗੁਰਮਤਿ ਦੇ ਸਿਧਾਂਤ ਵੈਦਾਂਤ ਦਾ ਸਾਰ, ਅਦਵੈਤ ਦਰਸ਼ਨ ਅਤੇ ਅਦਵੈਤ ਪ੍ਰਾਪਤ ਵਿਅਕਤੀ ਦੇ ਉੱਚ ਆਚਾਰ ਦੀ ਜਾਣਕਾਰੀ ਸੰਬੰਧੀ ਸੰਤ ਜੀ ਦੀਆਂ ਰਚਨਾਵਾਂ ਦਾ ਅਧਿਐਨ ਜਿਗਿਆਸੀ ਲਈ ਅਤਿਅੰਤ ਗਿਆਨਵਰਧਕ ਹੈ। ਇਸੇ ਮਨੋਰਥ ਨੂੰ ਧਿਆਨ ਵਿੱਚ ਰੱਖਦਿਆਂ ਨਿਰਮਲ ਆਸ਼ਰਮ ਰਿਸ਼ੀਕੇਸ਼ ਨਾਲ ਸੰਬੰਧਿਤ ਪਰਮ ਵੇਖੀ, ਪਰਮ ਪਵਿੱਤਰ
ਸ਼੍ਰੀਮਾਨ ਸੰਤ ਜੋਤ ਸਿੰਘ ਜੀ ਨੇ ਇਸ ਮਹੱਤਵਪੂਰਨ ਗ੍ਰੰਥ ਨੂੰ ਪੁਨਰ ਪ੍ਰਕਾਸ਼ਿਤ ਕਰਵਾਉਣ ਦਾ ਉਦਮ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਡਾਕਟਰ ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ ਨੂੰ ਹਮੇਸ਼ਾ ਹੀ ਸ਼੍ਰੀਮਾਨ ਸੰਤ ਜੀ ਦੀ ਸੁਹਿਰਦ ਅਤੇ ਪਾਵਨ ਸਰਪ੍ਰਸਤੀ ਹਾਸਲ ਰਹੀ ਹੈ। ਜਨ ਪਰਉਪਕਾਰੀ ਆਏ ਦੇ ਗੁਰੂ ਵਾਕ ਅਨੁਸਾਰ ਸੰਤ ਜੀ ਦੁਆਰਾ ਕੀਤਾ ਜਾ ਰਿਹਾ ਵਿੱਦਿਆ ਦਾਨ ਪਰਉਪਕਾਰ ਦੀ ਇੱਕ ਉੱਚ ਮਿਸਾਲ ਹੈ। ਡਾਕਟਰ ਅਮਨ ਸਿੰਘ ਨੇ ਇਸ ਪੁਸਤਕ ਨੂੰ ਟਾਈਪ ਕਰਕੇ ਇਸ ਦਾ ਪ੍ਰਥਮ ਖਰੜਾ ਸਖਤ ਮਿਹਨਤ ਨਾਲ ਤਿਆਰ ਕੀਤਾ, ਜੋ ਕਿ ਉਸ ਸਮੇਂ ਕੇਂਦਰ ਵਿੱਚ ਸੰਤ ਜੀ ਵੱਲੋਂ ਨਿਯੁਕਤ ਕੀਤੇ ਖੋਜਾਰਥੀ ਸਨ। ਬਾਅਦ ਬੀਬੀ ਮਨਜੀਤ ਕੌਰ ਜੀ ਲਿਖਦੇ ਹਨ, ਮੈਂ ਸਰਵਪ੍ਰਥਮ ਅਕਾਲ ਪੁਰਖ ਦੀ ਸ਼ੁਕਰਗੁਜ਼ਾਰ। ਇਹ ਸਾਰੀ ਸੰਪਾਦਨਾ ਮਨਜੀਤ ਕੌਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾਕਟਰ ਬਲਜੀਤ ਸਿੰਘ ਸਾਹਿਤ ਕੇਂਦਰ ਵੱਲੋਂ ਲਿਖੀ ਗਈ ਹੈ। ਆਸ ਕੇ ਸਧਾਰਨ ਪਾਠਕ ਗਿਆਨ ਅਭਿਲਾਸ਼ੀ ਖੋਜਾਰਥੀ ਪਰੰਪਰਕ ਵਿੱਦਿਆ ਦੇ ਵਿੱਚ ਲੱਗੇ ਗਿਆਨ ਸਾਧਕਾਂ ਨੂੰ ਇਸ ਪੁਸਤਕ ਤੋਂ ਅਨਮੋਲ ਗਿਆਨ ਦੀ ਪ੍ਰਾਪਤੀ ਹੋਵੇਗੀ, ਕਿਉਂਕਿ ਇਸ ਵਿਚਲੀਆਂ ਕਿਰਤੀਆਂ ਨਾ ਕੇਵਲ ਬੌਧਿਕ ਗਿਆਨ ਦਾ ਭੰਡਾਰ ਹੈ, ਨਾ ਹੀ ਨਿਰੇ ਪੂਰੇ ਕਿਸੇ ਸਾਧੂ ਮਹਾਤਮਾ ਦੇ ਸਧਾਰਨ ਉਪਦੇਸ਼ ਹਨ, ਸਗੋਂ ਇਹ ਅਧਿਆਤਮ ਦੀ ਆਖਰੀ ਸੀੜੀ ਪ੍ਰਾਪਤ ਕਰ ਚੁੱਕੇ ਪਰਮ ਵਿਵੇਕੀ, ਸ੍ਰੇਸ਼ਟ ਬੁੱਧੀਮਾਨ, ਧਰਮ ਸਾਧਕ ਅਤੇ ਧਰਮ ਚਿੰਤਕ ਦੇ ਪ੍ਰਚੰਡ ਅਧਿਆਤਮਕ ਅਨੁਭਵ ਦਾ ਉਜਵਲ ਪ੍ਰਕਾਸ਼ ਹੈ। ਧੰਨਵਾਦ। ਪਰਮ ਗਿਆਨੀ ਸੰਤ ਜੋਤ ਸਿੰਘ ਜੀ ਲਿਖਦੇ ਹਨ, ਸੰਤ ਮੋਹਰ ਸਿੰਘ ਨਿਰਮਲ ਪੇਖ ਦੇ ਸ੍ਰੇਸ਼ਟ ਅਦਵੈਤਵਾਦੀ ਸੰਤ ਸਨ। ਉਹਨਾਂ ਦੀਆਂ ਸਾਰੀਆਂ ਰਚਨਾਵਾਂ ਵਿੱਚੋਂ ਹੋਂਦ ਦੀ ਏਕਤਾ ਦਾ ਵਿਚਾਰ ਬਹੁਤ ਪ੍ਰਬਲ ਹੈ। ਮੂਲ ਗ੍ਰੰਥ ਭਰਮ ਤੋੜ ਤਾਂ ਹੈ ਹੀ ਸ਼ਾਸਤਰੀ ਅਦਵੈਤ ਵਿਧਾਨ ਦਾ ਸਰਲ ਭਾਸ਼ਾ ਵਿੱਚ ਪ੍ਰਤੀਪਾਦਨ। ਨਿਰਮਲ ਪੇਖ ਦੇ ਇੱਕ ਮਹਾਨ ਚਿੰਤਕ ਦੀ ਇਹ ਗਿਆਨਮਈ ਗੂੜ ਅਧਿਆਤਮਵਾਦ ਨਾਲ ਸੰਬੰਧਿਤ ਪੁਸਤਕ ਸੰਪਰਦਾਇ ਗਿਆਨੀਆਂ ਅਤੇ ਵਿਦਵਾਨਾਂ ਦੇ ਗਿਆਨ ਲਾਭ ਲਈ ਬਹੁਤ ਮਹੱਤਵਪੂਰਨ ਹੈ। ਸੰਤ ਮੋਹਰ ਸਿੰਘ ਜੀ ਪ੍ਰਤੀ ਸੰਤ ਜੋਤ ਸਿੰਘ ਜੀ ਦੇ ਸ਼ਬਦ। ਸੰਤ ਮੋਹਰ ਸਿੰਘ ਜੀ ਨਿਰਮਲ ਪੇਖ ਦੇ ਅਤੀ ਸ੍ਰੇਸ਼ਟ ਅਤੇ ਅਦਵੈਤਵਾਦੀ ਸੰਤ ਸਨ। ਉਹਨਾਂ ਦੀਆਂ ਸਾਰੀਆਂ ਰਚਨਾਵਾਂ ਵਿੱਚ ਹੋਂਦ ਦੀ ਏਕਤਾ ਦਾ ਵਿਚਾਰ ਪ੍ਰਬਲ ਹੈ। ਸੰਤਾਂ ਨੇ ਸੰਤ ਜੋਤ ਸਿੰਘ ਨਿਰਮਲ ਆਸ਼ਰਮ ਰਿਸ਼ੀਕੇਸ਼ ਵੱਲੋਂ ਮਹਾਂਪੁਰਖਾਂ ਦੇ ਜੀਵਨ ਕੌਤਕਾਂ ਅਤੇ ਗੁਰਬਾਣੀ ਦੀ ਵਿਆਖਿਆਕਾਰਤਾ ਨਾਲ ਸੰਬੰਧਿਤ ਅਚਰਜ ਵਸਤੂ, ਸਹਿਜ ਕਥਾ, ਪੰਜ ਭਾਗ, ਨਿਰਮਲ ਉਪਦੇਸ਼, ਅਮਰ ਵਸਤੂ, ਆਤਮਸਰਤਾ, ਹਿੰਦੀ, ਨਿਰਮਲਪੰਥ ਦਾ ਸਮਾਜ ਨੂੰ ਬਹੁਪੱਖੀ ਯੋਗਦਾਨ, ਪਲਸ ਆਫ ਟਰੁੱਥ ਆਦਿ ਪੁਸਤਕਾਂ ਦਾ ਪ੍ਰਕਾਸ਼ਨ ਪਹਿਲਾਂ ਕੀਤਾ ਜਾ ਚੁੱਕਿਆ ਹੈ ਅਤੇ ਸੰਪਰਦਾਇ ਨਾਲ ਸੰਬੰਧਿਤ ਨਿਰਮਲਪੰਥ ਦੀ ਗੌਰਵ ਗਾਥਾ, ਨਿਰਮਲ ਪੇਖ ਭਾਸਕਰ, ਨਿਰਮਲ ਸੰਪਰਦਾਇ ਦੀ ਗੁਰਬਾਣੀ ਵਿਆਖਿਆਕਾਰੀ, ਨਾਨਕ ਪ੍ਰਕਾਸ਼ ਪੱਤਰਿਕਾ ਆਦਿ ਰਚਨਾਵਾਂ ਪਾਠਕਾਂ ਵਿੱਚ ਵੰਡੀਆਂ ਗਈਆਂ ਹਨ। ਉਪਰੋਕਤ ਸਾਰੀਆਂ ਪੁਸਤਕਾਂ ਆਸ਼ਰਮ ਦੀ ਵੈਬਸਾਈਟ www.nirmalashram.com ਉੱਤੇ ਉਪਲਬਧ। ਪੁਸਤਕ ਦੇ ਪ੍ਰਕਾਸ਼ਨ ਉੱਤੇ ਮੈਨੂੰ ਅਥਾਹ ਪ੍ਰਸੰਨਤਾ ਹੋ ਰਹੀ ਹੈ, ਕਿਉਂਕਿ ਨਿਰਮਲ ਆਸ਼ਰਮ ਵੱਲੋਂ ਅਧਿਆਤਮ ਗਿਆਨ ਦੇ ਪ੍ਰਸਾਰ ਵਿੱਚ ਇੱਕ ਹੋਰ ਕਦਮ ਚੁੱਕਿਆ ਗਿਆ ਹੈ, ਜੋ ਗਿਆਨ ਅਭਿਲਾਸ਼ੀਆਂ, ਵਿੱਦਿਆ ਸਾਧਕਾਂ, ਅਧਿਆਤਮਵਾਦੀਆਂ ਲਈ ਬਹੁਤ ਲਾਹੇਵੰਦ ਹੋਵੇਗਾ। ਮੈਂ ਅਕਾਲ ਪੁਰਖ ਦਾ ਸ਼ੁਕਰਗੁਜ਼ਾਰ ਹਾਂ ਕਿ ਉਸੇ ਤਰ੍ਹਾਂ ਹੀ ਨਿਰਮਲ ਆਸ਼ਰਮ ਦੀਆਂ ਸਾਹਿਤਕ ਸੇਵਾਵਾਂ ਨਾਲ ਪਿਆਰ ਸਹਿਤ ਜੁੜੇ ਰਹਿਣਗੇ। ਮਹਾਂਪੁਰਸ਼ ਸੰਤ ਜੋਤ ਸਿੰਘ ਜੀ, ਨਿਰਮਲ ਆਸ਼ਰਮ, ਰਿਸ਼ੀਕੇਸ਼। ਏਕ ਓਮਕਾਰ ਸਤਿਗੁਰ ਪ੍ਰਸਾਦ। ਆਤਮ ਕਥਾ। ਇੱਕ ਸਮੇਂ ਧੰਨ ਸੰਤ ਬਹੁਤ ਇਕੱਠੇ ਹੋਏ, ਪੁੱਛਣ ਲੱਗੇ, ਸੰਤ ਸਾਹਿਬ ਮੋਹਰ ਸਿੰਘ ਜੀ, ਤੁਸਾਂ ਨੂੰ ਜੈਸੇ ਬਰਾਗ ਹੋਇਆ ਸਾਡੇ ਪਾਸ ਆਪਣੀ ਪਿਛਲੀ ਸਾਰੀ ਅਵਸਥਾ ਸੁਣਾਈਏ ਜੀ। ਜ਼ਰੂਰ। ਅਸੀਂ ਸੁਣਿਆ ਹੈ ਆਪ ਦਾ ਸੁਭਾਅ ਬਹੁਤ ਕਰੜਾ ਥਾ ਜੀ। ਆਪ ਨੂੰ ਬਰਾਗ ਕੈਸੇ ਪ੍ਰਾਪਤ ਹੋਇਆ ਜੀ? ਸੰਮਤ 1882 ਵਿੱਚ ਰਣਜੀਤ ਸਿੰਘ ਪਾਤਸ਼ਾਹ ਨੇ ਕਾਬਲ ਦੀ ਮੁਹਿੰਮ ਸੰਧਾ ਵਾਲੀਏ ਬੁੱਧ ਸਿੰਘ ਸਰਦਾਰ ਨੂੰ ਦਿੱਤੀ। ਅਟਕੋਂ ਪਾਰ ਕੋੜਾ ਨਗਰ ਹੈ, ਉਹਾਂ ਡੇਰਾ ਜਾ ਉਤਰਿਆ। ਰਾਤ ਰਹੀ ਜਦ ਪੰਜ ਕਰੀ, ਮਾਰ ਮਾਰ ਤੁਰਕਾਂ ਆ ਕਰੀ। ਤੁਰਕ ਖਾਲਸੇ ਭਈ ਲੜਾਈ, ਉਹਾਂ ਜੀਤ ਖਾਲਸੇ ਪਾਈ। ਤੁਰकों को दिया पजाए, ਸਿੰਘਨ को ਚੜਿਆ ਪਹੁੰਚਾਏ। ਦੂਸਰੇ ਦਿਨ ਇਹ ਸਾਰੀ ਮੋਹਰ ਸਿੰਘ ਜੀ ਦੀਆਂ ਹਨ, ਜਿਨ੍ਹਾਂ ਬਾਰੇ ਵੇਰਵਾ ਸ਼ੁਰੂ ਵਿੱਚ ਵੀ ਦਿੱਤਾ ਜਾ ਚੁੱਕਾ ਹੈ। ਗੁਰਬਾਣੀ ਦੇ ਪ੍ਰਮਾਣਾਂ ਰਾਹੀਂ ਗੁਰਮਤਿ ਦੀ ਸਾਰ ਵਿਚਾਰ ਨੂੰ ਸਿੱਧ ਕੀਤਾ ਗਿਆ ਹੈ। ਨਿਰਮਲ ਤੇ ਹੀ ਹੋਏ ਹੈ ਮੋਹਰ ਸਿੰਘਾ ਸਰੂਪ ਆਪਣੇ ਨੂੰ ਜਿੰਨਾ ਪਾਇਓ ਹੈ। ਇਹ ਵੰਸ਼ਾਂ ਦਾ ਵੇਰਵਾ ਨਾਦੀ ਵੰਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ, ਸੰਤ ਮਿਲਾਪ ਸਿੰਘ ਜੀ, ਸੰਤ ਸੁਚੇਤ ਸਿੰਘ ਜੀ, ਸੰਤ ਮੰਗਲ ਸਿੰਘ ਜੀ, ਸੰਤ ਮੋਹਰ ਸਿੰਘ ਜੀ, ਸੰਤ ਹੰਬੀਰ ਸਿੰਘ ਜੀ, ਮਹੰਤ ਨਾਰਾਇਣ ਸਿੰਘ ਜੀ, ਮਹੰਤ ਸੂਰਜ ਸਿੰਘ ਜੀ, ਮਹੰਤ ਭਗਤ ਸਿੰਘ ਜੀ। ਨਾਦੀ ਵੰਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਭਾਈ ਧਰਮ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਇੱਕ ਸਨ, ਭਾਈ ਗੰਡਾ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੇਸਾ ਸਿੰਘ ਜੀ, ਬਾਨੀ ਡੇਰਾ ਨਿਰਮਲ ਕੁਟੀਆ ਧਰਮਕੋਟ, ਸੰਤ ਮੋਹਰ ਸਿੰਘ ਜੀ। ਬਿੰਦੀ ਵੰਸ਼ ਸੰਤ ਮੋਹਰ ਸਿੰਘ ਜੀ ਤੋਂ ਸੰਤ ਬਿਸ਼ਨ ਸਿੰਘ ਜੀ, ਬਾਬਾ ਭਗਤ ਸਿੰਘ ਜੀ, ਮਹੰਤ ਚਰਨ ਸਿੰਘ ਜੀ, ਮਹੰਤ ਮਸਤਾਨ ਸਿੰਘ ਜੀ, ਮਹੰਤ ਸ਼ਿਵਰਾਓ ਸਿੰਘ ਜੀ ਵਰਤਮਾਨ ਮਹੰਤ, ਅਤੇ ਭਾਈ ਰਿਪਦਮਨ ਸਿੰਘ ਟਿੱਕਾ ਜੋ ਕਿ ਹੁਣ ਮਹੰਤ ਹਨ ਦਾ ਵੇਰਵਾ ਇਸ ਡੇਰੇ ਦੀ ਮਹਾਨਤਾ ਅਥਵਾ ਡੇਰੇ ਦੀ ਸਥਾਪਨਾ ਅਤੇ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਦਰਸਾਉਂਦਾ ਹੈ। ਡੇਰਾ ਬਾਬਾ ਮੋਹਰ ਸਿੰਘ ਧਰਮਕੋਟ ਨਾਲ ਸੰਬੰਧਿਤ ਪੁਸਤਕ
ਸੰਤ ਮੋਹਰ ਸਿੰਘ ਨਿਰਮਲੇ ਜਿਹੜੀ ਬੀਬੀ ਮਨਜੀਤ ਕੌਰ ਜੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ ਮਹਾਂਪੁਰਸ਼ ਮਹਾਂਗਿਆਨੀ ਸੰਤ ਜੋਧ ਸਿੰਘ ਜੀ ਦੇ ਉਦਮ ਨਾਲ ਛਪਵਾਈ ਗਈ। ਇਹ ਨਿਰਮਲ ਸੰਪਰਦਾਇ ਅਤੇ ਮਹੰਤ ਚਰਨ ਸਿੰਘ ਜੋ ਕਿ ਅੰਦਰ ਡਾਕਟਰ ਸਰਜੀਤ ਚੰਦਰ ਵੱਲੋਂ ਛਾਪੀ ਗਈ। ਇਹ ਪੁਸਤਕ ਤਰਵੀਣੀ ਜਿਸ ਵਿੱਚ ਉਹਨਾਂ ਦੀਆਂ ਕਵਿਤਾਵਾਂ ਦਰਜ ਹਨ ਅਤੇ ਅਗਲਾ ਉਪਰਾਲਾ ਹਨ ਕਿ ਕੁਝ ਸਰਜੀਤ ਚੰਦਰ ਜੀ ਨੂੰ ਸਨਮਾਨਿਤ ਕਰਦੇ ਹੋਏ ਇਸ ਡੇਰੇ ਨਾਲ ਸੰਬੰਧਿਤ ਪ੍ਰਕਾਸ਼ਿਤ ਪੁਸਤਕਾਂ ਦੇ ਵੇਰਵੇ ਹਨ। ਇਸ ਤੋਂ ਉਪਰੰਤ ਦੂਸਰੀ ਪੁਸਤਕ ਜਿਹੜੀ ਕਿ ਪਹਿਲਾਂ ਛਪ ਚੁੱਕੀ ਹੈ, ਨਿਰਮਲ ਸੰਪਰਦਾਇ ਧਰਮਕੋਟ ਦੇ ਬਾਰੇ, ਨਿਰਮਲ ਡਾਕਟਰ ਸਰਜੀਤ ਚੰਦਰ ਦੁਆਰਾ ਲਿਖੀ ਗਈ ਹੈ ਅਤੇ ਇਸ ਪੁਸਤਕ ਵਿੱਚ ਮਹਾਰਾਜ ਜੀ ਦੇ ਜੀਵਨ ਦਾ ਵੇਰਵਾ, ਉਹਨਾਂ ਦੀਆਂ ਪ੍ਰਾਪਤੀਆਂ ਅਤੇ ਡੇਰੇ ਦੀ ਸੇਵਾ ਅਤੇ ਸੰਸਥਾ ਦੀ ਸੇਵਾ ਅਤੇ ਸੰਭਾਲ ਬਾਰੇ ਕੀਤੇ ਕਾਰਜਾਂ ਦਾ ਵਰਣਨ ਹੈ। ਬੜੀ ਖੁਸ਼ੀ ਦੀ ਗੱਲ ਹੈ ਕਿ ਸੰਤ ਮਸਤਾਨ ਸਿੰਘ ਨਿਰਮਲ ਡੇਰਾ ਬਾਬਾ ਮੋਹਰ ਸਿੰਘ ਧਰਮਕੋਟ ਨੇ ਇਲਾਕੇ ਦੇ ਵਿਦਵਾਨ ਡਾਕਟਰ ਸਰਜੀਤ ਚੰਦਰ ਪ੍ਰਿੰਸੀਪਲ ਏਡੀ ਕਾਲਜ ਧਰਮਕੋਟ ਦੇ ਸਹਿਯੋਗ ਨਾਲ ਆਪਣੇ ਪੁਰਖਿਆਂ ਦੀ ਪੂਰਵ ਧਾਰਮਿਕ ਅਤੇ ਸਮਾਜਿਕ ਦੇਣ ਨੂੰ ਇਸ ਪੁਸਤਕ ਰਾਹੀਂ ਸਿੱਖ ਸੰਗਤ ਅਤੇ ਸਿੱਖ ਸਮੁਦਾਇ ਦੀ ਦ੍ਰਿਸ਼ਟੀ। ਮੈਂ ਮਹੰਤ ਚਰਨ ਸਿੰਘ ਦੀ ਵਿਦਵਤਾ ਤੋਂ ਪ੍ਰਭਾਵਿਤ ਹਾਂ ਅਤੇ ਕਈ ਵਾਰ ਉਹਨਾਂ ਦੇ ਦਰਸ਼ਨ ਕੀਤੇ ਹੈ। ਡਿਪਟੀ ਕਮਿਸ਼ਨਰ ਗ੍ਰੇ ਨੇ ਇਸ ਇਲਾਕੇ ਵਿੱਚ ਨਹਿਰਾਂ ਦਾ ਜਾਲ ਵਿਛਾ ਕੇ ਇਸ ਨੂੰ ਹੋਰ ਹਰਾ ਭਰਾ ਅਤੇ ਅਮੀਰ ਨੇ। ਮੈਂ ਇਸ ਪੁਸਤਕ ਨਿਰਮਲ ਸੰਪਰਦਾਇ ਅਤੇ ਮਹੰਤ ਚਰਨ ਸਿੰਘ ਨੂੰ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਤੇ ਜੀ ਆਇਆਂ ਆਖਦਾ ਹਾਂ ਅਤੇ ਮਹੰਤ ਮਸਤਾਨ ਸਿੰਘ ਅਤੇ ਡਾਕਟਰ ਸਰਜੀਤ ਚੰਦਰ ਨੂੰ ਇਹ ਸ਼ਬਦ ਸਨਮਾਨਯੋਗ ਡਾਕਟਰ ਆਤਮ ਹਮਰਾਈ ਜੀ ਵੱਲੋਂ ਲਿਖੇ ਗਏ ਹਨ, ਜਿਨ੍ਹਾਂ ਦਾ ਕਿ ਉੱਚ ਕੋਟੀ ਦੇ ਵਿਦਵਾਨ। ਇਸ ਪੁਸਤਕ ਦੇ ਬਾਰੇ ਹੋਰ ਜਾਣਕਾਰੀ ਡੇਰਾ ਬਾਬਾ ਮੋਹਰ ਸਿੰਘ ਧਰਮਕੋਟ ਮੋਗਾ ਇਹ ਤੇ ਨਿਰਮਲ ਸੰਪਰਦਾਇ ਪੁਸਤਕ ਦੇ ਵਿੱਚ ਦਰਜ ਹਨ। 1699 ਈਸਵੀ ਦੀ ਵਿਸਾਖੀ ਨੂੰ ਜਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਗੜ੍ਹ ਸਾਹਿਬ ਦੇ ਦੀਵਾਨ ਵਿੱਚ ਨੰਗੀ ਤਲਵਾਰ ਲੈ ਕੇ ਲਲਕਾਰਿਆ ਕਿ ਕੋਈ ਪ੍ਰੇਮੀ ਸਿੱਖ ਹੈ ਜੋ ਮੈਨੂੰ ਸੀਸ ਅਰਪਣ ਕਰੇ। ਇੱਕ ਇੱਕ ਕਰਕੇ ਗੁਰੂ ਜੀ ਦੇ 5 ਪਿਆਰੇ ਸਤਿਕਾਰੇ ਗਏ। ਇਹਨਾਂ ਵਿੱਚੋਂ ਇੱਕ ਧਰਮਦਾਸ ਸੀ ਜੋ ਗੁਰੂ ਜੀ ਤੋਂ ਅੰਮ੍ਰਿਤ ਛਕ ਕੇ ਧਰਮ ਸਿੰਘ ਬਣਿਆ। ਭਾਈ ਧਰਮ ਸਿੰਘ ਦਾ ਜਨਮ ਭਾਈ ਸੰਤ ਰਾਮ ਜੱਟ 5 ਪਿਆਰਿਆਂ ਵਿੱਚ ਸ਼ੁਮਾਰ ਹੋਏ। ਦੂਸਰੀ ਪ੍ਰੀਖਿਆ ਭਾਈ ਧਰਮ ਸਿੰਘ ਦੀ ਉਹਨਾਂ ਦੇ ਅੰਨ ਖੇਤਰ ਵਿੱਚ ਹੋਈ। ਇੱਕ ਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿਰਕਤ ਭੇਖ ਵਿੱਚ ਵੱਖ-ਵੱਖ ਲੰਗਰਾਂ ਵਿੱਚ ਗਏ ਤਾਂ ਸਭ ਨੇ ਲੰਗਰ ਮਸਤਾਨਾ ਹੋਣ ਕਰਕੇ ਲੰਗਰ ਛਕਾਉਣ ਤੋਂ ਅਸਮਰਥਤਾ ਪ੍ਰਗਟਾਈ। ਆਖਰ ਗੁਰੂ ਜੀ ਭਾਈ ਧਰਮ ਸਿੰਘ ਦੇ ਲੰਗਰ ਵਿੱਚ ਗਏ ਤਾਂ ਉਹ ਲੰਗਰ ਤੋਂ ਵਿਹਲੇ ਹੋ ਕੇ ਇੱਕ ਸਿੱਖ ਤੋਂ ਜਪਜੀ ਦਾ ਪਾਠ ਕਰਵਾ ਰਹੇ ਸਨ ਅਤੇ ਬਾਕੀ ਸਾਰੇ ਸਿੱਖ ਸੁਣ ਰਹੇ ਸਨ। ਉੱਥੇ ਪਹੁੰਚ ਕੇ ਗੁਰੂ ਜੀ ਨੇ ਲੰਗਰ ਛਕਣ ਦੀ ਇੱਛਾ ਪ੍ਰਗਟਾਈ ਤਾਂ ਉਹਨਾਂ ਵਿਰਕਤ ਭੇਖ ਵਿੱਚ ਆਏ ਮਹਿਮਾਨ ਸਤਿਕਾਰਪੂਰਵਕ ਬਿਠਾਇਆ ਅਤੇ ਲੰਗਰ ਛਕਾਇਆ। ਐਸਾ ਸਤਿਕਾਰ ਅਤੇ ਵਾਤਾਵਰਨ ਦੇਖ ਕੇ ਗੁਰੂ ਜੀ ਨੇ ਭਾਈ ਧਰਮ ਸਿੰਘ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਅਤੇ ਅਨੇਕਾਂ ਵਰਦਾਨ ਦੇ ਕੇ ਨਵਾਜਿਆ। ਪਹਿਲਾ ਵਰਦਾਨ ਸੀ, ਭਾਈ ਧਰਮ ਸਿੰਘ ਤੇਰੇ ਨਾਂ 'ਤੇ ਸੰਪਰਦਾਇ ਚੱਲੇਗੀ, ਜਿਸ ਵਿੱਚ ਵੱਡੇ ਵੱਡੇ ਤੇਜਸਵੀ ਵਿਦਵਾਨ ਮਹਾਂਪੁਰਖ ਪੈਦਾ ਹੋਣਗੇ ਜਿਨ੍ਹਾਂ ਤੋਂ ਉੱਚੀਆਂ ਕੁਲਾਂ ਵਾਲੇ ਵਿੱਦਿਆ ਪ੍ਰਾਪਤ ਕਰਨ ਦਾ ਫਖਰ ਮਹਿਸੂਸ ਕਰਨਗੇ ਅਤੇ ਵੱਡੇ ਵੱਡੇ ਚੱਕਰਵਰਤੀ ਪ੍ਰਤਾਪੀ ਰਾਜੇ ਉਹਨਾਂ ਅੱਗੇ ਨਤਮਸਤਕ ਹੋਣਗੇ ਅਤੇ ਮੋਕਸ਼ ਦੀ ਇੱਛਾ ਪ੍ਰਾਪਤੀ ਦੇ ਚਾਹਵਾਨ, ਆਤਮ ਪਦ ਦੀ ਪ੍ਰਾਪਤੀ ਦੇ ਚਾਹਵਾਨ ਉਹਨਾਂ ਦੀ ਸ਼ਰਨ ਵਿੱਚ ਆਉਣਗੇ। ਗਰੀਬਾਂ, ਅਨਾਥਾਂ ਅਤੇ ਲੋੜਵੰਦਾਂ ਲਈ ਅੰਨ ਖੇਤਰ ਚੱਲਣਗੇ। ਇੱਕਾਂ ਵਰ ਦੇ ਕੇ ਗੁਰੂ ਜੀ ਨੇ ਭਗਵਾਂ ਭੇਖ ਅਤੇ ਚਿੱਪੀ ਭਾਈ ਧਰਮ ਸਿੰਘ ਦੀ ਝੋਲੀ ਪਾ ਦਿੱਤੀ। ਸਮੇਂ ਦੀ ਨਜ਼ਰ ਕੇ ਜਦ ਕਲਗੀਧਰ ਪਾਤਸ਼ਾਹ ਨੇ ਨੂੰ ਹੁਕਮ ਕੀਤਾ ਕਿ ਆਪੋ ਆਪਣੀਆਂ ਪ੍ਰਬੰਧਕ ਡਿਊਟੀਆਂ ਯੋਗ ਸਿੱਖਾਂ ਨੂੰ ਸੌਂਪ ਕੇ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਯੁੱਧ ਦੀਆਂ ਤਿਆਰੀਆਂ ਆਰੰਭ ਦਿਓ ਤਾਂ ਭਾਈ ਧਰਮ ਸਿੰਘ ਨੇ ਭਾਈ ਗੰਡਾ ਸਿੰਘ ਨੂੰ ਬੁਲਾ ਕੇ ਅੰਨ ਖੇਤਰ ਦੀਆਂ ਚਾਬੀਆਂ ਉਸ ਦੀ ਝੋਲੀ ਪਾ ਦਿੱਤੀਆਂ ਅਤੇ ਨਾਲ ਹੀ ਗੁਰੂ ਜੀ ਵੱਲੋਂ ਬਖਸ਼ਿਸ਼ ਭਗਵਾਂ ਭੇਖ ਅਤੇ ਚਿੱਪੀ ਭਾਈ ਗੰਡਾ ਪੰਡਤ ਬ੍ਰਹਮ ਗਿਆਨੀ ਭਾਈ ਗੰਡਾ ਸਿੰਘ ਭਾਈ ਧਰਮ ਸਿੰਘ ਦੇ ਅੰਮ੍ਰਿਤ ਉਪਦੇਸ਼ੀ ਸ਼ਿਸ਼ ਹੋਏ। ਭਾਈ ਧਰਮ ਸਿੰਘ 8 ਪੋਹ ਸੰਮਤ 1761 ਨੂੰ ਚਮਕੌਰ ਵਿਖੇ ਸ਼ਹੀਦ ਹੋਏ ਅਤੇ ਭਾਈ ਗੰਡਾ ਸਿੰਘ ਭਾਈ ਧਰਮ ਸਿੰਘ ਦੀ ਚਲਾਈ ਸੰਪਰਦਾਇ ਦੇ ਪਹਿਲੇ ਟਕਸਾਲੀ ਵਿਦਵਾਨ ਪ੍ਰਸਿੱਧ ਹੋਏ। ਗੁਰੂ ਜੀ ਦੇ ਆਦੇਸ਼ 'ਤੇ ਭਾਈ ਗੰਡਾ ਸਿੰਘ ਜੀ ਇੱਕ ਸਨ। ਗੁਰੂ ਜੀ ਦੇ ਆਦੇਸ਼ 'ਤੇ ਕਾਸ਼ੀ ਜੀ ਤੋਂ ਸੰਸਕ੍ਰਿਤ ਦਾ ਪਾਠਨ ਕਰਨ ਗਏ। ਪਹਿਲੇ 5 ਸਿੱਖਾਂ ਵਿੱਚੋਂ ਨਸਬ ਨੰਬਰ 1 ਗੋਬਿੰਦ ਸਿੰਘ ਜੀ, ਭਾਈ ਧਰਮ ਸਿੰਘ ਜੀ 5 ਪਿਆਰਾ, ਭਾਈ ਗੰਡਾ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੇਸਾ ਸਿੰਘ ਜੀ, ਬਾਬਾ ਮੋਹਰ ਸਿੰਘ ਜੀ, ਬਾਬਾ ਬਿਸ਼ਨ ਸਿੰਘ ਜੀ, ਬਾਬਾ ਭਗਤ ਸਿੰਘ ਜੀ, ਬਾਬਾ ਚਰਨ ਸਿੰਘ ਜੀ। 2002 ਮਹੰਤ ਮਸਤਾਨ ਸਿੰਘ ਮੌਜੂਦ ਸ਼ਿਵਰਾਜ ਸਿੰਘ ਰਿਪਦਮਨ ਸਿੰਘ ਟਿੱਕਾ ਜੋ ਕਿ ਹੁਣ ਮਹੰਤ ਹੈ। ਉਪਰੋਕਤ ਸਿਜਰਾ ਨਸਬ
ਡੇਰਾ ਬਾਬਾ ਮੋਹਰ ਸਿੰਘ ਨਿਰਮਲ ਸੰਪਰਦਾਇ ਧਰਮਕੋਟ ਦਾ ਹੈ, ਜੋ ਧਰਮਕੋਟ ਵਿਖੇ ਸੰਤ ਦੇਸਾ ਸਿੰਘ ਵੱਲੋਂ ਸਥਾਪਿਤ ਕੀਤਾ ਗਿਆ ਅਤੇ ਪਿੱਛੋਂ ਉਹਨਾਂ ਦੀ ਨਾਦੀ ਸੰਤਾਨ ਮਹੰਤ ਮੋਹਰ ਸਿੰਘ ਗੱਦੀ ਨਸ਼ੀਨ ਹੋਈ, ਪਰੰਤੂ ਪਿੱਛੋਂ ਮਹੰਤ ਮੋਹਰ ਸਿੰਘ ਦੀ ਬਿੰਦੀ ਸੰਤਾਨ ਹੀ ਅੱਜ ਤੱਕ ਇਸ ਡੇਰੇ ਦੀ ਡੇਰਾਦਾਰ ਬਣਦੀ ਆ ਰਹੀ ਹੈ। ਨਿਰਮਲ ਪੇਖ ਸਿੱਖ ਮਤ ਦੀਆਂ ਪ੍ਰਮੁੱਖ ਸੰਪਰਦਾਵਾਂ ਵਿੱਚੋਂ ਇੱਕ ਹੈ। ਸ਼ੁਰੂ ਵਿੱਚ ਨਿਰਮਲ ਸਾਧੂਆਂ ਦਾ ਮੁੱਖ ਕਾਰਜ ਵਿੱਦਿਆ ਦਾ ਪ੍ਰਚਾਰ ਤੇ ਪ੍ਰਸਾਰ ਹੀ ਸੀ। ਇਸ ਕਾਰਜ ਦੀ ਪੂਰਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 5 ਸਿੱਖਾਂ ਨੂੰ ਸੰਸਕ੍ਰਿਤ ਦੀ ਵਿੱਦਿਆ ਲੈਣ ਲਈ ਕਾਸ਼ੀ ਭੇਜਿਆ। ਭੇਜੇ ਗਏ ਸਿੰਘ ਸਨ ਰਾਮ ਸਿੰਘ, ਕਰਮ ਸਿੰਘ, ਗੰਡਾ ਸਿੰਘ, ਬੀਰ ਸਿੰਘ ਤੇ ਸੈਣਾ ਸਿੰਘ। ਇਹਨਾਂ ਸਿੰਘਾਂ ਨੇ ਚੇਤਨ ਮੱਠ ਵਿਖੇ ਰਹਿ ਕੇ ਪੰਡਿਤ ਸਦਾਨੰਦ ਪਾਸੋਂ ਸੰਸਕ੍ਰਿਤ ਪ੍ਰਾਪਤ ਕਰਨ ਦੇ ਨਾਲ ਪੁਰਾਣੇ ਹਿੰਦੂ ਧਾਰਮਿਕ ਗ੍ਰੰਥਾਂ ਦਾ ਅਧਿਐਨ ਵੀ ਚਿੱਟੇ ਵਸਤਰ ਧਾਰਨ ਕੀਤੇ, ਜਿਸ ਕਰਕੇ ਬਨਾਰਸੀ ਪੰਡਤਾਂ ਨੇ ਇਹਨਾਂ ਨੂੰ ਨਿਰਮਲੇ ਸੰਗਿਆ ਦਿੱਤੀ। ਇਹਨਾਂ ਨਿਰਮਲਿਆਂ ਨੇ ਅਨੰਦਪੁਰ ਵਾਪਸ ਆ ਕੇ ਦਸ਼ਮੇਸ਼ ਪਿਤਾ ਦੀ ਹਦਾਇਤ ਅਨੁਸਾਰ ਆਪਣੇ ਗਰੀਬ ਸਿੱਖ ਸਾਥੀਆਂ ਨੂੰ ਸੰਸਕ੍ਰਿਤ ਦੀ ਦੀਖਿਆ ਦੇਣੀ ਸ਼ੁਰੂ ਕੀਤੀ। ਇਹ ਸ਼ਿਖਾਵਾਂ ਆਪਣਾ ਮੋਢੀ ਭਾਈ ਧਰਮ ਸਿੰਘ ਪਿਆਰਾ ਤੇ ਭਾਈ ਦਇਆ ਸਿੰਘ ਪਿਆਰਾ ਨੂੰ ਹੀ ਮੰਨਦੀਆਂ ਹਨ। ਧਰਮਕੋਟ ਸ਼ਹਿਰ ਦੀ ਪ੍ਰਾਚੀਨਤਾ, ਧਾਰਮਿਕਤਾ, ਸਮਾਜਿਕਤਾ, ਸੱਭਿਆਚਾਰਕ ਸਰਦਾਰ ਤਾਰਾ ਸਿੰਘ ਕੰਗ ਗੈਬਾ 1760 ਤੋਂ 1807 ਤੱਕ ਮਿਸਲਦਾਰ ਡੱਲੇਵਾਲੀਆ ਦੇ 47 ਸਾਲਾਂ ਰਾਜ ਭਾਗ ਦਾ ਸਮਾਂ ਇਸ ਸ਼ਹਿਰ ਤੇ ਇਲਾਕੇ ਦਾ ਸੁਨਹਿਰੀ ਕਾਲ ਸੀ। ਉਸ ਸਮੇਂ ਇਹ ਮਿਸਲ ਅਥਵਾ ਇਲਾਕਾ ਪੂਰਾ ਖੁਸ਼ਹਾਲ, ਇਸ ਦੀ ਸ਼ਾਹਾਨਾ ਅਮੀਰੀ ਵਿਕਸਿਤ ਹੋਣ ਲਈ ਸਾਧਨਾਂ ਦੀ ਬਹੁਤਾਤ ਤੇ ਸ਼ਾਨਦਾਰ ਧਾਰਮਿਕ, ਸਮਾਜਿਕ ਸ਼ਾਂਤ ਮਾਹੌਲ ਤੋਂ ਪ੍ਰਭਾਵਿਤ ਪੇਸ਼ਾਵਰ ਜਾਤੀਆਂ ਇਸ ਸ਼ਹਿਰ ਵੱਲ ਖਿੱਚੀਆਂ ਗਈਆਂ ਤੇ ਵਹੀਰਾਂ ਘੱਤ ਕੇ ਉਸ ਸਮੇਂ ਸ਼ਹਿਰ ਪੁਰਾਣੇ GT ਰੋਡ 'ਤੇ ਸਥਿਤ ਸੀ, ਜੋ ਜਗਰਾਵਾਂ ਤਿਹਾੜਾ ਰਸਤੇ ਧਰਮਕੋਟ ਤੋਂ ਹੁੰਦੀ ਹੋਈ ਨੂਰ ਮਹਿਲ ਪੁੱਜਦੀ ਸੀ। ਇਸ ਕਰਕੇ ਇਸ ਸ਼ਹਿਰ ਦਾ ਵਣਜ ਵਪਾਰ ਸਿੱਧਾ ਲੁਧਿਆਣਾ, ਦਿੱਲੀ ਨਾਲ ਹੁੰਦਾ ਸੀ। ਉਸ ਸਮੇਂ ਮੋਗਾ ਇੱਕ ਸਧਾਰਨ ਵਸੋਂ ਵਾਲਾ ਸ਼ਹਿਰ ਬਣ ਗਿਆ। ਡਾਕਟਰ ਸੁਰਜੀਤ ਚੰਦਰ ਜੀ ਨੇ ਇਹਨਾਂ ਸਾਰੇ ਤੱਥਾਂ ਨੂੰ ਬੜੀ ਬਰੀਕੀ ਨਾਲ ਪੁਸਤਕ ਵਿੱਚ ਬਿਆਨਿਆ ਹੈ। ਮੈਂ ਜੋ ਸੁਣਿਆ ਸੀ, ਪੜ੍ਹਿਆ ਸੀ, ਇਸ ਪੁਸਤਕ ਵਿੱਚੋਂ ਦੇਖਿਆ ਪੜ੍ਹਿਆ ਜਾ ਸਕੇਗਾ। ਮੇਰੀ ਬੜੀ ਇੱਛਾ ਸੀ ਕਿ ਨਿਰਮਲ ਡੇਰਾ ਧਰਮਕੋਟ ਦੀ ਪ੍ਰਾਚੀਨਤਾ ਤੇ ਇਤਿਹਾਸਕਤਾ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇ। ਮੇਰੇ ਪੂਰਵਜ ਸੰਬੰਧੀ ਜੋ ਜਾਣਕਾਰੀ ਮੈਨੂੰ ਉਹਨਾਂ ਦੀਆਂ ਲਿਖਤਾਂ, ਉਹਨਾਂ ਦੇ ਸ਼ਿਸ਼ਾਂ ਦੇ ਸਮਕਾਲੀ ਪਰਿਵਾਰਾਂ ਤੇ ਰਵਾਇਤੀ ਪ੍ਰਚਲਿਤ ਗੱਲਾਂ ਤੋਂ ਮਿਲੀ, ਉਹ ਮੈਂ ਲਿਖਦਾ ਰਿਹਾ। ਪਿਤਾ ਜੀ ਬਾਰੇ ਕਾਫੀ ਸਮੱਗਰੀ ਉਹਨਾਂ ਦੀ ਹੱਥ ਲਿਖਤ ਵਿੱਚ ਹੀ ਸੁਰੱਖਿਅਤ ਸੀ ਅਤੇ ਨਾਲ ਹੀ ਉਹਨਾਂ ਦੀਆਂ ਮੂਲ ਲਿਖਤਾਂ ਅਥਵਾ ਰਚਨਾਵਾਂ ਪਈਆਂ ਸਨ। ਸੋ ਵਿਚਾਰ ਇਹ ਬਣਿਆ ਕਿ ਡੇਰੇ ਦੇ ਇਤਿਹਾਸ ਦੇ ਨਾਲ ਮੂਲ ਰਚਨਾ ਵੀ ਛਾਪ ਦਿੱਤੀ ਜਾਵੇ। ਡਾਕਟਰ ਸਾਹਿਬ ਸਿੰਘ ਦੇ ਸੁਝਾਅ ਉੱਪਰ ਹੀ ਮੈਂ ਪਿਤਾ ਸ਼੍ਰੀ ਮਹੰਤ ਚਰਨ ਸਿੰਘ ਦੀ ਯਾਦ ਵਿੱਚ ਹਰ ਸਾਲ ਮਾਘੀ ਦੇ ਮੇਲੇ 'ਤੇ ਇੱਕ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਨੂੰ ਪੁਰਸਕਾਰ ਦੇਣ ਦੀ ਪਿਰਤ ਤੋਰੀ। ਹੁਣ ਤੱਕ ਮਹੰਤ ਚਰਨ ਸਿੰਘ ਪੁਰਸਕਾਰ ਜਿਨ੍ਹਾਂ ਸਾਹਿਤਕਾਰਾਂ ਨੂੰ ਦਿੱਤਾ ਜਾ ਚੁੱਕਾ ਹੈ, ਉਹਨਾਂ ਦੇ ਨਾਂ ਇਸ ਪ੍ਰਕਾਰ ਹਨ: ਪ੍ਰੋਫੈਸਰ ਸੁਰਜੀਤ ਚੰਦਰ ਧਰਮਕੋਟ, ਪ੍ਰੋਫੈਸਰ ਜਸਵੰਤ ਸਿੰਘ ਕੈਲਵੀ ਫਿਰੋਜ਼ਪੁਰ, ਸ਼੍ਰੀ ਦਰਸ਼ਨ ਬੁੱਟਰ ਨਾਭਾ, ਪ੍ਰੋਫੈਸਰ ਚਾਨਣ ਸਿੰਘ ਨਿਰਮਲ ਗੁਰਦਾਸਪੁਰ, ਬੀਬੀ ਕਿਰਪਾਲ ਕੌਰ ਜ਼ੀਰਾ, ਸ਼੍ਰੀ KL ਗਰਗ ਮੋਗਾ ਨੂੰ ਦਿੱਤਾ ਜਾ ਚੁੱਕਾ ਹੈ। ਇਸ ਤੋਂ ਬਿਨਾਂ ਇਹ ਇਨਾਮ ਇਸ ਪੁਸਤਕ ਦੇ ਸਰਦਾਰ ਸੁਰਜੀਤ ਪਾਤਰ ਜੀ ਨੂੰ ਵੀ ਦਿੱਤਾ ਜਾ ਚੁੱਕਾ ਹੈ। ਮੇਰੇ ਗੁਰੂ ਪਿਤਾ ਦੀ ਸਮ੍ਰਿਤੀ ਵਿੱਚ ਛਪੀ ਇਹ ਪੁਸਤਕ, ਜੋ ਪਾਠਕਾਂ ਦੇ ਹੱਥਾਂ ਵਿੱਚ ਮਾਘੀ 2002 ਨੀਤੀ ਵਿੱਚ ਲੱਗਣ ਵਾਲੇ ਮੇਲੇ ਨੂੰ ਉਤਸ਼ਾਹ ਨਾਲ ਮਨਾ ਕੇ ਕੋਈ ਨਾ ਕੋਈ ਨਵਾਂ ਫੀਚਰ ਇਸ ਵਿੱਚ ਜੋੜਿਆ ਹੈ। ਇਸ ਨਾਲ ਪੁਰਾਤਨਤਾ ਵਿੱਚ ਨਵੀਨਤਾ ਆਉਂਦੀ ਹੈ। ਮੈਂ ਨਿਰਮਲ ਸੰਪਰਦਾਇ ਤੇ ਮਹੰਤ ਚਰਨ ਸਿੰਘ ਪੁਸਤਕ ਇਤਿਹਾਸ ਅਥਵਾ ਜੀਵਨੀ ਦੇ ਪੰਜਾਬੀ ਸਾਹਿਤ ਅਤੇ ਧਰਮਕੋਟ ਦੇ ਇਤਿਹਾਸ ਵਿੱਚ ਪ੍ਰਵੇਸ਼ ਦੇ